ओम शांति। आज सुनते हाँ 6 फरवरी 2022 ਦੇ ਬਾਬਾ ਦੇ ਅਵਿਅਕਤ ਮਹਾਵਾਕ ਰਿਵਾਈਜ਼ ਕੋਰਸ ਦੀ ਮੁਰਲੀ ਹੈ 6 ਜਨਵਰੀ 1990 ਦੀ। ਮੁਰਲੀ ਦਾ ਸਾਰ ਹੈ ਹੋਲੀ ਹੰਸ ਦੀ ਪਰਿਭਾਸ਼ਾ। ਹੋਲੀ ਹੰਸ ਦੀ ਪਰਿਭਾਸ਼ਾ। ਅੱਜ ਗਿਆਨ ਸਾਗਰ ਬਾਪ ਹੋਲੀ ਹੰਸਾਂ ਦਾ ਸੰਗਠਨ ਵੇਖ ਰਹੇ ਨੇ। ਹੋਲੀ ਹੰਸ ਮਤਲਬ स्वच्छता ते विशेषता वाली आत्मावां। स्वच्छता मतलब तन मन तन मन वचन कर्म संबंध संपर्क विच पवित्रता। पवित्रता दी निशानी सदा ही सफेद रंग दिखांदे ने। तुसी होली हंस सफेद वस्त्रधारी। साफ दिल मतलब स्वच्छता स्वरूप हो। तन मन ते दिल नाल दिल तो सदा बेदाग मतलब स्वच्छ हो। ਜੇਕਰ ਕੋਈ ਤਨ ਨਾਲ ਮਤਲਬ ਬਾਹਰ ਤੋਂ ਕਿੰਨਾ ਵੀ ਸਵੱਛ ਹੋਵੇ ਸਾਫ਼ ਹੋਵੇ ਪਰ ਮਨ ਤੋਂ ਸਾਫ਼ ਨਾ ਹੋਵੇ ਸਵੱਛ ਨਾ ਹੋਵੇ ਤਾਂ ਕਹਿੰਦੇ ਨੇ ਨਾ ਪਹਿਲੇ ਮਨ ਨੂੰ ਸਾਫ਼ ਕਰੋ। ਸਾਫ਼ ਮਨ ਤੇ ਸਾਫ਼ ਦਿਲ ਤੇ ਸਾਹਿਬ ਰਾਜੀ ਹੁੰਦਾ ਹੈ। ਨਾਲ ਨਾਲ ਸਾਫ਼ ਦਿਲ ਵਾਲਿਆਂ ਦੀ ਸਰਵ ਮੁਰਾਦ ਮਤਲਬ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਹੰਸ ਦੀ ਵਿਸ਼ੇਸ਼ਤਾ ਸਵੱਛਤਾ ਮਤਲਬ ਸਾਫ਼ ਹੈ। ਇਸ ਲਈ ਤੁਸੀਂ ਬ੍ਰਾਹਮਣ ਆਤਮਾਵਾਂ ਨੂੰ ਹੋਲੀ ਹੰਸ ਕਿਹਾ ਜਾਂਦਾ ਹੈ। ਚੈੱਕ ਕਰੋ ਮੁਝ ਹੋਲੀ ਹੰਸ ਆਤਮਾ ਦੇ ਚਾਰੋਂ ਹੀ ਗੱਲਾਂ ਵਿੱਚ ਮਤਲਬ ਤਨ ਮਨ ਧਨ ਸੰਬੰਧ ਵਿੱਚ ਸਵੱਛਤਾ ਹੈ। ਸੰਪੂਰਨ ਸਵੱਛਤਾ ਤੇ ਪਵਿੱਤਰਤਾ ਇਹੀ ਸੰਗਮ ਯੁੱਗ ਵਿੱਚ ਸਭ ਦਾ ਲਕਸ਼ ਹੈ। ਇਸ ਲਈ ਤੁਸੀਂ ਬ੍ਰਾਹਮਣ ਸੋ ਦੇਵਤਾਵਾਂ ਨੂੰ ਸੰਪੂਰਨ ਪਵਿੱਤਰ ਗਾਇਆ ਜਾਂਦਾ ਹੈ। ਸਿਰਫ ਨਿਰਵਿਕਾਰੀ ਨਹੀਂ ਕਹਿੰਦੇ ਸੰਪੂਰਨ ਨਿਰਵਿਕਾਰੀ ਕਿਹਾ ਜਾਂਦਾ ਹੈ। 16 ਕਲਾ ਸੰਪੰਨ ਕਿਹਾ ਜਾਂਦਾ ਹੈ। ਸਿਰਫ 16 ਕਲਾ ਨਹੀਂ ਕਹਿੰਦੇ ਪਰ ਉਸ ਵਿੱਚ ਸੰਪੰਨ ਗਾਇਨ ਤੁਹਾਡੇ ਦੇਵਤਾ ਰੂਪ ਦਾ ਹੈ। ਪਰ ਬਣੇ ਕਦੋਂ? ਬ੍ਰਾਹਮਣ ਜੀਵਨ ਵਿੱਚ ਜਾਂ ਦੇਵਤਾ ਜੀਵਨ ਵਿੱਚ। ਬਣਨ ਦਾ ਸਮੇਂ ਹੁਣ ਸੰਗਮ ਯੁੱਗ ਹੈ। ਇਸ ਲਈ ਚੈੱਕ ਕਰੋ ਕਿੱਥੋਂ ਤੱਕ ਮਤਲਬ ਕਿੰਨੇ ਪਰਸੈਂਟੇਜ ਵਿੱਚ ਸਵੱਛਤਾ ਮਤਲਬ ਪਵਿੱਤਰਤਾ ਧਾਰਨ ਕੀਤੀ ਹੈ। ਤਨ ਦੀ ਸਵੱਛਤਾ ਮਤਲਬ ਸਦਾ ਇਸ ਤਨ ਨੂੰ ਆਤਮਾ ਦਾ ਮੰਦਿਰ ਸਮਝ ਉਸ ਸਮ੍ਰਿਤੀ ਵਿੱਚ ਸਵੱਛ ਰਹਿਣਾ। ਜਿੰਨੀ ਮੂਰਤੀ ਸ੍ਰੇਸ਼ਟ ਹੁੰਦੀ ਹੈ ਉਹਨਾਂ ਮੰਦਿਰ ਵੀ ਸ੍ਰੇਸ਼ਟ ਹੁੰਦਾ ਹੈ। ਤੁਸੀਂ ਸ੍ਰੇਸ਼ਟ ਮੂਰਤੀਆਂ ਹੋ ਜਾਂ ਸਾਧਾਰਨ ਹੋ ਬ੍ਰਾਹਮਣ ਆਤਮਾਵਾਂ ਸਾਰੇ ਕਲਪ ਵਿੱਚ ਨੰਬਰ 1 ਸ੍ਰੇਸ਼ਟ ਆਤਮਾਵਾਂ। ਬ੍ਰਾਹਮਣਾਂ ਦੇ ਅੱਗੇ ਦੇਵਤੇ ਵੀ ਸੋਨੇ ਤੁੱਲੇ ਨੇ ਬ੍ਰਾਹਮਣ ਹੀਰੇ ਤੁੱਲੇ ਨੇ। ਤੁਸੀਂ ਸਾਰੇ ਹੀਰੇ ਤੁੱਲੇ ਮੂਰਤੀਆਂ ਹੋ। ਕਿੰਨੀਆਂ ਉੱਚੀਆਂ ਹੋ ਗਈਆਂ ਐਨਾ ਆਪਣਾ ਸੋਮਾਨ ਜਾਣ। ਇਸ ਸਰੀਰ ਰੂਪੀ ਮੰਦਰ ਨੂੰ ਸਵੱਛ ਰੱਖੋ। ਸਾਦਾ ਹੋਵੇ ਪਰ ਸਵੱਛ ਹੋਵੇ। ਇਸ ਵਿਧੀ ਨਾਲ ਤਨ ਦੀ ਪਵਿੱਤਰਤਾ ਸਦਾ ਰੂਹਾਨੀ ਖੁਸ਼ਬੂ ਦਾ ਅਨੁਭਵ ਕਰਾਏਗੀ। ਅਜਿਹੀ ਸਵੱਛਤਾ ਪਵਿੱਤਰਤਾ ਕਿੱਥੋਂ ਤੱਕ ਧਾਰਨ ਹੋਈ? ਦੇਹ ਪਾਨ ਵਿੱਚ ਸਵੱਛਤਾ ਨਹੀਂ ਹੁੰਦੀ ਪਰ ਆਤਮਾ ਦਾ ਮੰਦਿਰ ਸਮਝਣ ਵਿੱਚ ਸਵੱਛਤਾ ਰੱਖਦੇ ਹੋ। ਇਹ ਮੰਦਿਰ ਵੀ ਬਾਪ ਨੇ ਤੁਹਾਨੂੰ ਸੰਭਾਲਣ ਲਈ ਚਲਾਉਣ ਲਈ ਦਿੱਤਾ ਹੈ। ਇਸ ਮੰਦਿਰ ਦਾ ਟਰਸਟੀ ਬਣਾਇਆ ਹੈ। ਤੁਸੀਂ ਤਨ ਮਨ ਧਨ ਸਭ ਦੇ ਦਿੱਤਾ ਨਾ। ਹੁਣ ਤੁਹਾਡਾ ਤਾਂ ਨਹੀਂ ਹੈ ਨਾ। ਮੇਰਾ ਕਹੋਗੇ ਜਾਂ ਤੇਰਾ ਕਹੋਗੇ ਜਾਂ ਟਰਸਟੀਪਨ ਖੁਦ ਹੀ ਨਸ਼ਟੋ ਮੋਹਾ ਮਤਲਬ ਸਵੱਛਤਾ ਤੇ ਪਵਿੱਤਰਤਾ ਨੂੰ ਆਪਣੇ ਵਿੱਚ ਲਿਆਂਦਾ ਹੈ। ਮੋਹ ਵਿੱਚ ਸਵੱਛਤਾ ਨਹੀਂ ਪਰ ਬਾਪ ਨੇ ਸੇਵਾ ਦਿੱਤੀ ਐਵੇਂ ਸਮਝ ਤਨ ਨੂੰ ਸਵੱਛ ਪਵਿੱਤਰ ਰੱਖਦੇ ਹੋ ਜਾਂ ਜਿਵੇਂ ਆਂਦਾ ਹੈ ਉਵੇਂ ਚਲਾਉਂਦੇ ਰਹਿੰਦੇ ਹੋ। ਸਵੱਛਤਾ ਹੀ ਰੂਹਾਨੀਅਤ ਦੀ ਨਿਸ਼ਾਨੀ ਹੈ। ਐਵੇਂ ਹੀ ਮਨ ਦੀ ਸਵੱਛਤਾ ਜਾਂ ਪਵਿੱਤਰਤਾ ਇਸ ਦੀ ਵੀ ਪਰਸੈਂਟੇਜ ਵੇਖੋ। ਸਾਰੇ ਦਿਨ ਵਿੱਚ ਕਿਸੇ ਵੀ ਪ੍ਰਕਾਰ ਦਾ ਅਸ਼ੁੱਧ ਸੰਕਲਪ ਮਨ ਵਿੱਚ ਚੱਲਿਆ ਤਾਂ ਇਸ ਨੂੰ ਸੰਪੂਰਨ ਸਵੱਛਤਾ ਨਹੀਂ ਕਹਾਂਗੇ। ਮਨ ਦੇ ਪ੍ਰਤੀ ਬਾਪ ਦਾ ਡਾਇਰੈਕਸ਼ਨ ਹੈ। ਮਨ ਨੂੰ ਮੇਰੇ ਵਿੱਚ ਲਗਾਓ ਜਾਂ ਵਿਸ਼ਵ ਸੇਵਾ ਵਿੱਚ ਲਗਾਓ। ਮਨ ਮਨਾਭਵ ਇਹ ਮੰਤਰ ਸਦਾ ਸਮ੍ਰਿਤੀ ਵਿੱਚ ਰਹੇ। ਇਸ ਨੂੰ ਕਹਿੰਦੇ ਨੇ ਮਨ ਦੀ ਸਵੱਛਤਾ ਪਵਿੱਤਰਤਾ। ਹੋਰ ਕਿਸੇ ਪਾਸੇ ਵੀ ਮਨ ਭਟਕਦਾ ਹੈ ਤਾਂ ਭਟਕਣਾ ਮਤਲਬ ਅਸਵੱਛਤਾ। ਇਸ ਵਿਧੀ ਨਾਲ ਚੈੱਕ ਕਰੋ ਕਿੰਨੇ ਪਰਸੈਂਟ ਵਿੱਚ ਸਵੱਛਤਾ ਧਾਰਨ ਹੋਈ। ਵਿਸਤਾਰ ਜਾਣਦੇ ਹੋ ਨਾ। ਤੀਜੀ ਗੱਲ ਦਿਲ ਦੀ ਸਵੱਛਤਾ। ਇਸ ਨੂੰ ਵੀ ਜਾਣਦੇ ਹੋ ਸੱਚਾਈ ਹੀ ਸਫਾਈ ਹੈ। ਆਪਣੀ ਸਵ ਉੱਨਤੀ ਅਰਥ ਜੋ ਵੀ ਪੁਰਸ਼ਾਰਥ ਹੈ ਜਿਵੇਂ ਦਾ ਪੁਰਸ਼ਾਰਥ ਹੈ ਉਹ ਸੱਚਾਈ ਨਾਲ ਬਾਪ ਦੇ ਅੱਗੇ ਰੱਖਣਾ। ਤਾਂ ਇੱਕ ਖੁਦ ਦੇ ਪੁਰਸ਼ਾਰਥ ਦੀ ਸਵੱਛਤਾ, ਦੂਜਾ ਸੇਵਾ ਕਰਦੇ ਸੱਚੇ ਦਿਲ ਨਾਲ
ਕਿੱਥੋਂ ਤੱਕ ਸੇਵਾ ਕਰ ਰਹੇ ਹਾਂ, ਇਸ ਦੀ ਸਵੱਛਤਾ। ਜੇਕਰ ਕੋਈ ਵੀ ਸਵਾਰਥ ਵਾਲੀ ਸੇਵਾ ਕਰਦੇ ਹੋ, ਉਸ ਨੂੰ ਸੱਚੀ ਸੇਵਾ ਨਹੀਂ ਕਹਾਂਗੇ। ਸੇਵਾ ਵਿੱਚ ਸੱਚਾਈ ਸਫਾਈ ਕਿੰਨੀ ਹੈ, ਕੋਈ ਸੋਚਦੇ ਨੇ ਸੇਵਾ ਤਾਂ ਕਰਨੀ ਹੀ ਪਵੇਗੀ, ਜਿਵੇਂ ਲੋਕੀ ਗਵਰਨਮੈਂਟ ਦੀ ਡਿਊਟੀ ਹੈ। ਭਾਵੇਂ ਸੱਚੀ ਦਿਲ ਨਾਲ ਕਰੋ, ਭਾਵੇਂ ਅਲਬੇਲੇ ਬਣ ਕੇ ਕਰੋ, ਕਰਨੀ ਪੈਂਦੀ ਹੈ ਨਾ। ਐਵੇਂ ਹੀ 8 ਘੰਟੇ ਤਾਂ ਪਾਸ ਕਰਨੇ ਹੀ ਨੇ। ਐਵੇਂ ਸਾਲਮਾਈਟੀ ਦੁਆਰਾ ਡਿਊਟੀ ਮਿਲੀ ਹੋਈ ਹੈ, ਐਵੇਂ ਸਮਝ ਕੇ ਸੇਵਾ ਕਰਨਾ, ਇਸ ਨੂੰ ਸੱਚੀ ਸੇਵਾ ਨਹੀਂ ਕਿਹਾ ਜਾਂਦਾ। ਡਿਊਟੀ ਸਿਰਫ ਨਹੀਂ, ਪਰ ਬ੍ਰਾਹਮਣ ਆਤਮਾਵਾਂ ਦਾ ਨਿੱਜੀ ਸੰਸਕਾਰ ਹੈ ਹੀ ਸੇਵਾ। ਸੰਸਕਾਰ ਖੁਦ ਹੀ ਸੱਚੀ ਸੇਵਾ ਦੇ ਬਿਨਾਂ ਰਹਿਣ ਨਹੀਂ ਦਿੰਦਾ। ਤਾਂ ਚੈੱਕ ਕਰੋ ਦਿਲ ਤੋਂ, ਮਤਲਬ ਬ੍ਰਾਹਮਣ ਜੀਵਨ ਦੇ ਖੁਦ ਦੇ ਸੰਸਕਾਰ ਤੋਂ ਕਿੰਨੇ % ਸੇਵਾ ਕੀਤੀ। ਐਨੇ ਮੇਲੇ ਕਰ ਲਏ, ਐਨੇ ਕੋਰਸ ਕਰਾ ਲਏ, ਪਰ ਸਵੱਛਤਾ ਤੇ ਪਵਿੱਤਰਤਾ ਦੀ ਪਰਸੈਂਟੇਜ ਕਿੰਨੀ ਰਹੀ। ਡਿਊਟੀ ਨਹੀਂ, ਪਰ ਨਿੱਜੀ ਸੰਸਕਾਰ ਹੈ, ਸਵਧਰਮ ਹੈ, ਸਵਕਰਮ ਹੈ। ਚੌਥੀ ਗੱਲ, ਸੰਬੰਧ ਵਿੱਚ ਸਵੱਛਤਾ। ਇਸ ਦਾ ਸਾਰ ਰੂਪ ਵਿੱਚ ਵਿਸ਼ੇਸ਼ ਚੈੱਕ ਕਰੋ। ਸੰਤੁਸ਼ਟਤਾ ਰੂਪੀ ਸਵੱਛਤਾ ਕਿੰਨੇ % ਹੈ। ਸਾਰੇ ਦਿਨ ਵਿੱਚ ਭਿੰਨ ਵੈਰਾਈਟੀ ਆਤਮਾਵਾਂ ਨਾਲ ਸੰਬੰਧ ਹੁੰਦਾ ਹੈ। 3 ਤਰ੍ਹਾਂ ਦੇ ਸੰਬੰਧ ਵਿੱਚ ਆਉਂਦੇ ਹੋ, ਇੱਕ ਬ੍ਰਾਹਮਣ ਪਰਿਵਾਰ ਦਾ, ਦੂਜੇ ਆਏ ਹੋਏ ਜਿਗਿਆਸੂ ਆਤਮਾਵਾਂ ਦਾ, ਤੀਜਾ ਲੌਕਿਕ ਪਰਿਵਾਰ ਦਾ। ਤਿੰਨਾਂ ਹੀ ਸੰਬੰਧਾਂ ਵਿੱਚ ਸਾਰੇ ਦਿਨ ਵਿੱਚ ਖੁਦ ਦੀ ਸੰਤੁਸ਼ਟਤਾ, ਸੰਬੰਧੀ ਜਾਣ ਵਾਲੀ ਦੂਜੀ ਆਤਮਾਵਾਂ ਦੀ ਸੰਤੁਸ਼ਟਤਾ ਦੀ ਪਰਸੈਂਟੇਜ ਕਿੰਨੀ ਰਹੀ। ਸੰਤੁਸ਼ਟਤਾ ਦੀ ਨਿਸ਼ਾਨੀ, ਖੁਦ ਵੀ ਮਨ ਤੋਂ ਹਲਕੇ ਖੁਸ਼ ਰਹਿਣਗੇ, ਦੂਜੇ ਵੀ ਖੁਸ਼ ਰਹਿਣਗੇ। ਅਸੰਤੁਸ਼ਟਤਾ ਦੀ ਨਿਸ਼ਾਨੀ, ਖੁਦ ਵੀ ਮਨ ਤੋਂ ਭਾਰੀ ਹੋਣਗੇ। ਜੇਕਰ ਸੱਚੇ ਪੁਰਸ਼ਾਰਥੀ ਨੇ ਤਾਂ ਵਾਰ-ਵਾਰ ਨਾ ਚਾਹੁੰਦੇ ਵੀ ਇਹ ਸੰਕਲਪ ਆਂਦਾ ਰਹੇਗਾ, ਐਵੇਂ ਨਹੀਂ ਬੋਲਦੇ, ਐਵੇਂ ਨਹੀਂ ਕਰਦੇ ਤਾਂ ਚੰਗਾ ਸੀ, ਇਹ ਬੋਲਦੇ ਸੀ, ਇਹ ਕਰਦੇ ਸੀ, ਇਹ ਯਾਦ ਆਂਦਾ ਰਹੇ। ਅਲਬੇਲੇਪਨ ਦੇ ਪੁਰਸ਼ਾਰਥ ਨੂੰ ਇਹ ਨਹੀਂ ਆਏਗਾ। ਇਹ ਬੋਝ ਖੁਸ਼ ਰਹਿਣ ਨਹੀਂ ਦੇਵੇਗਾ, ਹਲਕਾ ਰਹਿਣ ਨਹੀਂ ਦੇਵੇਗਾ। ਸੰਬੰਧ ਦੀ ਸਵੱਛਤਾ ਮਤਲਬ ਸੰਤੁਸ਼ਟਤਾ, ਇਹੀ ਸੰਬੰਧ ਦੀ ਸੱਚਾਈ ਤੇ ਸਫਾਈ ਹੈ। ਇਸ ਲਈ ਤੁਸੀਂ ਕਹਿੰਦੇ ਹੋ ਸੱਚ ਤੋਂ ਬਿਠੋ ਨੱਚ, ਮਤਲਬ ਸੱਚਾ ਸਦਾ ਖੁਸ਼ੀ ਵਿੱਚ ਨੱਚਦਾ ਰਹੇਗਾ। ਤਾਂ ਸੁਣਿਆ ਹੋਲੀ ਹੰਸ ਦੀ ਪਰਿਭਾਸ਼ਾ। ਜੇਕਰ ਸੱਤਿਅਤਾ ਦੀ ਸਵੱਛਤਾ ਨਹੀਂ ਤਾਂ ਹੰਸ ਹੋ, ਪਰ ਹੋਲੀ ਹੰਸ ਨਹੀਂ ਹੋ। ਚੈੱਕ ਕਰੋ ਸੰਪੰਨ ਤੇ ਸੰਪੂਰਨ ਬਣਨ ਦਾ ਜੋ ਗਾਇਨ ਹੈ, ਉਹ ਕਿੱਥੋਂ ਤੱਕ ਬਣੇ ਹੋ। ਜੇਕਰ ਡਰਾਮਾ ਪਲਾਨ ਅਨੁਸਾਰ ਅੱਜ ਵੀ ਇਸ ਸਰੀਰ ਦਾ ਹਿਸਾਬ ਕਿਤਾਬ ਸਮਾਪਤ ਹੋ ਜਾਵੇ, ਕਿੰਨੀ % ਪਾਸ ਹੋਵੋਗੇ। ਡਰਾਮਾ ਨੂੰ ਕਹੋਗੇ ਕਿ ਥੋੜਾ ਸਮਾਂ ਠਹਿਰ ਜਾਓ। ਇਹ ਤਾਂ ਸੋਚ ਕੇ ਨਹੀਂ ਬੈਠੇ ਹੋ ਨਾ, ਛੋਟੇ ਤਾਂ ਜਾਣ ਵਾਲੇ ਹੈ ਹੀ ਨਹੀਂ। ਐਵਰ ਰੈਡੀ ਦਾ ਅਰਥ ਕੀ ਹੈ? ਸਮੇਂ ਦਾ ਇੰਤਜ਼ਾਰ ਨਹੀਂ ਕਰਦੇ। ਹਾਲੇ 10-11 ਵਰੇ ਤਾਂ ਪਏ ਨੇ, ਭੂਤ ਕਰਕੇ 2000 ਦਾ ਹਿਸਾਬ ਸੋਚਦੇ ਨੇ। ਲੇਕਿਨ ਸ੍ਰਿਸ਼ਟੀ ਦੇ ਵਿਨਾਸ਼ ਦੀ ਗੱਲ ਵੱਖ ਹੈ, ਆਪਣੇ ਆਪ ਨੂੰ ਐਵਰ ਰੈਡੀ ਰੱਖਣਾ ਵੱਖ ਗੱਲ ਹੈ। ਇਸ ਲਈ ਇਹ ਉਸ ਨਾਲ ਨਹੀਂ ਮਿਲਾਣਾ। ਭਿੰਨ ਆਤਮਾਵਾਂ ਦੀ ਭਿੰਨ ਪਾਰਟ ਹੈ। ਇਸ ਲਈ ਇਹ ਨਹੀਂ ਸੋਚੋ ਮੇਰਾ ਐਡਵਾਂਸ ਪਾਰਟੀ ਤਾਂ ਹੈ ਨਹੀਂ, ਮੇਰਾ ਤਾਂ ਵਿਨਾਸ਼ ਤੋਂ ਬਾਅਦ ਦਾ ਹੀ ਪਾਰਟ ਹੈ। ਕਈ ਆਤਮਾਵਾਂ ਤਾਂ ਹੈ, ਪਰ ਮੈਂ ਐਵਰ ਰੈਡੀ ਰਹਾ, ਨਹੀਂ ਤਾਂ ਅਲਬੇਲੇਪਨ ਦਾ ਅੰਸ਼ ਪ੍ਰਗਟ ਹੋ ਜਾਏਗਾ। ਐਵਰ ਰੈਡੀ ਰਹੋ, ਫਿਰ ਭਾਵੇਂ 20 ਵਰੇ ਜਿੰਦਾ ਰਹੋ, ਕੋਈ ਹਰਜਾ ਨਹੀਂ, ਪਰ ਅਜਿਹੇ ਆਧਾਰ ਤੇ ਨਹੀਂ ਰਹਿਣਾ। ਇਸ ਨੂੰ ਕਹਿੰਦੇ ਨੇ ਹੋਲੀ ਹੰਸ। ਗਿਆਨ ਸਾਗਰ ਦੇ ਕੰਠੇ ਤੇ ਆਏ ਹੋ। ਅੱਜ ਹੋਲੀ ਹੰਸਾਂ ਦੀ ਸਵੱਛਤਾ ਸੁਣਾਈ, ਫਿਰ ਵਿਸ਼ੇਸ਼ਤਾ ਸੁਣਾਵਾਂਗੇ। ਟੀਚਰਸ ਨੂੰ ਚੈੱਕ ਕਰਨਾ ਆਂਦਾ ਹੈ ਨਾ। ਟੀਚਰ ਨੂੰ ਵਿਸ਼ੇਸ਼ ਸਮਰਪਿਤ ਹੋਣ ਦਾ ਭਾਗਯ ਮਿਲਿਆ ਹੋਇਆ ਹੈ। ਭਾਵੇਂ ਪ੍ਰਵਿਰਤੀ ਵਾਲੇ ਵੀ ਮਨ ਤੋਂ ਸਮਰਪਿਤ ਨੇ, ਪਰ ਟੀਚਰ ਦਾ ਵਿਸ਼ੇਸ਼ ਭਾਗਯ ਹੈ। ਕੰਮ ਹੀ ਯਾਦ ਤੇ ਸੇਵਾ ਦਾ ਹੈ। ਭਾਵੇਂ ਖਾਣਾ ਬਣਾਉਂਦੀਆਂ, ਧੁਲਾਈ ਕਰਦੀਆਂ, ਕੰਮ ਕਰਦੀਆਂ, ਯੱਗ ਸੇਵਾ, ਉਹੀ ਅਲੌਕਿਕ ਜੀਵਨ ਦੇ ਪ੍ਰਤੀ ਸੇਵਾ ਕਰਦੇ ਹੋ। ਪ੍ਰਵਿਰਤੀ ਵਾਲਿਆਂ ਨੂੰ ਦੋਨੋਂ ਪਾਸੇ ਨਿਭਾਣਾ ਪੈਂਦਾ ਹੈ। ਤੁਹਾਨੂੰ ਤਾਂ ਇੱਕ ਹੀ ਕੰਮ ਹੈ ਨਾ, ਡਬਲ ਤਾਂ ਨਹੀਂ। ਜੋ ਸੱਚਾਈ ਤੇ ਸਫਾਈ ਨਾਲ ਬਾਪ ਤੇ ਸੇਵਾ ਵਿੱਚ ਸਦਾ ਲੱਗੇ ਰਹਿੰਦੇ ਨੇ, ਉਹਨਾਂ ਨੂੰ ਹੋਰ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਸੁਣਾਇਆ ਸੀ ਨਾ, ਯੋਗੇ ਟੀਚਰ ਦਾ ਭੰਡਾਰਾ ਤੇ ਭੰਡਾਰੀ ਸਦਾ ਭਰਪੂਰ ਰਹੇਗਾ। ਫਿਕਰ ਨਹੀਂ ਕਰਨਾ ਪਵੇਗਾ ਅਗਲਾ ਮਹੀਨਾ ਕਿਵੇਂ ਚੱਲੇਗਾ, ਮੇਲੇ ਕਿਵੇਂ ਹੋਣਗੇ। ਸੇਵਾ ਦੇ ਨਾਲ ਸਾਧਨ ਖੁਦ ਪ੍ਰਾਪਤ ਹੋਣਗੇ। ਰੂਹਾਨੀ ਆਕਰਸ਼ਣ, ਸੇਵਾ ਤੇ ਸੇਵਾ ਕੇਂਦਰ ਖੁਦ ਹੀ ਵਧਾਉਂਦੇ ਰਹਿੰਦੇ ਨੇ।
सब ज्यादा सोचते ने। जिग्यासु क्यों नहीं वधदे, ठहरदे क्यों नहीं, चले क्यों जाते ने? तां जिग्यासु नहीं ठहरदे, योग युक्त होके रूहानियत नाल आवाहन करते हो, जिग्यासु खुद ही वध जाते ने। एवें हुंदा है ना। मन सदा हल्का रखो, किसी तरह का बोझ ना रहे। किसी भी तरह का बोझ है, भावें अपना भावें सेवा का, भावें सेवा साथियों का, उड्डन नहीं देवेगा। सेवा भी उच्ची नहीं उठेगी। इसलिए सदा दिल साफ मुराद हासिल करते रहो। प्राप्तियां तुहाडे सामने खुद ही आनगियां। की सुनिया, सर्व रूहानी प्राप्तियां ने ब्राह्मणां दे लई ਉਹ कित्थे जाणगियां। अधिकार ही तुसी लोकां दा है, अधिकार कोई खो नहीं सकदा। अच्छा, सर्व होली हंसा नूं, चारों पासों दे सच्चे साहब नूं राजी करन वालियां, सच्ची दिल वालियां श्रेष्ठ आत्मावां नूं, सदा खुद नूं एवर रेडी रखण वाली नंबर 1 बच्चियां नूं, सदा अपने आप नूं गायन योग संपूर्ण संपन्न बनाने वाले बाप दे समीप बच्चियां नूं, सदा अपने आप नूं अमूल्य हीरे तुल्य अनुभव करन वाली अनुभवी आत्मावां नूं बाप दादा दा याद प्यार ते नमस्ते। रूहानी बच्चियां दी रूहानी बाप दादा नूं नमस्ते 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 जी। अव्यक्त बाप दादा दी महाराष्ट्र ग्रुप नाल मुलाकात। बाबा बोले, सदा खुशहाल रहंदे हो। खुशहाल मतलब भरपूर संपन्न। खुशहाली खुद नूं प्यारी, होरां नूं भी प्यारी लगदी है। जिथे खुशहाली नहीं हुंदी उस नूं कंढियां दा जंगल कहा जांदा। तुहाडी सब दी जीवन खुशहाल बन गई। चाल केड़ी हो गई? उड़दी कला वाले फरिश्तियां दी चाल हो गई। हाल भी वधिया, चाल भी वधिया। दुनिया वाले मिलते ने, हाल चाल पूछते ने ना, तुहाडा की हाल चाल है? हाल है खुशहाल, चाल है फरिश्तियां दी चाल। दोहें ही चंगे ने ना। खुशहाली विच कोई कंडे नहीं आणगे। पहले कंडियां दे जंगल विच जीवन सी, हुण बदल गई। हुण फुल्लां दी खुशहाली विच आ गए। सदा जीवन विच दिव्य गुना दी फुलवाड़ी लगी हुई है। दिव्य गुना दे गुलदस्ते दा चित्र बनांदे हो ना। ਉਹ ਦਿव्य गुना ਦਾ ਗੁਲਦਸਤਾ ਕਿਹੜਾ ਹੈ? ਤੁਸੀਂ ਹੋ ਜਾਂ ਕੋਈ ਦੂਜੇ ਨੇ? ਕੰਡਿਆਂ ਦਾ ਗੁਲਦਸਤਾ ਨਹੀਂ ਬੰਦਾ, ਫੁੱਲਾਂ ਦਾ ਗੁਲਦਸਤਾ ਬੰਦਾ ਹੈ। ਸਿਰਫ ਪੱਤੇ ਹੀ ਹੋਣਗੇ ਤਾਂ ਕੀ ਕਹਾਂਗੇ? ਗੁਲਦਸਤਾ ਠੀਕ ਨਹੀਂ ਹੈ। ਤੁਸੀਂ ਦਿव्य गुना ਦਾ ਗੁਲਦਸਤਾ मतलब खुशहाल हो गए। ਜੋ ਵੀ ਤੁਹਾਡੇ ਸੰਪਰਕ ਵਿੱਚ ਆਣਗੇ ਉਸੇ ਦਿव्य गुना ਦੇ ਫੁੱਲਾਂ ਦੀ ਖੁਸ਼ਬੂ ਆਂਦੀ ਰਹੇਗੀ। खुशहाल देखकर खुश होणगे, शक्ति ਦਾ ਅਨੁਭਵ ਕਰਨਗੇ। ਇਸ ਲਈ ਅੱਜ ਕੱਲ ਡਾਕਟਰ ਵੀ ਕਹਿੰਦੇ ਨੇ ਬਗੀਚੇ ਵਿੱਚ ਜਾ ਕੇ ਪੈਦਲ ਕਰੋ ਤਾਂ ਖੁਸ਼ਹਾਲੀ ਹੋਰਾਂ ਨੂੰ ਵੀ ਸ਼ਕਤੀਸ਼ਾਲੀ ਬਣਾਉਂਦੀ ਹੈ, ਖੁਸ਼ੀ ਵਿੱਚ ਲਿਆਉਂਦੀ ਰਹੇਗੀ। ਇਸ ਲਈ ਤੁਸੀਂ ਲੋਕ ਕਹਿੰਦੇ ਹੋ ਅਸੀਂ ਐਵਰ ਹੈਪੀ ਹਾਂ, ਚੈਲੰਜ ਵੀ ਕਰਦੇ ਹੋ। ਜੇਕਰ ਕਿਸੇ ਨੂੰ ਐਵਰ ਹੈਪੀ ਬਣਨਾ ਹੋਵੇ ਸਾਡੇ ਕੋਲ ਆਣ, ਤੁਸੀਂ ਸਭ ਨੂੰ ਬਾਪ ਦੀ ਸਮ੍ਰਿਤੀ ਦਿਵਾਓਗੇ। ਐਵਰ ਹੈਲਦੀ, ਐਵਰ ਹੈਪੀ, ਇਹ ਤੁਹਾਡਾ ਜਨਮ ਸਿੱਧ ਅਧਿਕਾਰ ਹੈ। ਇਹ ਅਧਿਕਾਰ ਤੁਹਾਨੂੰ ਮਿਲ ਗਿਆ ਨਾ। ਸਭ ਨੂੰ ਕਹਿੰਦੇ ਹੋ ਜਨਮ ਸਿੱਧ ਅਧਿਕਾਰ ਹੈ। ਭਾਵੇਂ ਸਰੀਰ ਬਿਮਾਰ ਹੋਵੇ, ਮਨ ਤੰਦਰੁਸਤ ਹੈ ਨਾ। ਮਨ ਖੁਸ਼, ਜਹਾਨ ਖੁਸ਼। ਮਨ ਬਿਮਾਰ, ਸਰੀਰ ਵੀ ਪੀਲਾ ਹੋ ਜਾਂਦਾ ਹੈ। ਮਨ ਠੀਕ ਹੋਵੇਗਾ ਤਾਂ ਸਰੀਰ ਦਾ ਰੋਗ ਮਹਿਸੂਸ ਨਹੀਂ ਹੋਵੇਗਾ। ਐਵੇਂ ਹੁੰਦਾ ਹੈ ਨਾ, ਕਿਉਂਕਿ ਤੁਹਾਡੇ ਕੋਲ ਖੁਸ਼ੀ ਦੀ ਖੁਰਾਕ ਬਹੁਤ ਵਧੀਆ ਹੈ। ਦਵਾਈ ਚੰਗੀ ਹੁੰਦੀ ਹੈ, ਬਿਮਾਰੀ ਭੱਜ ਜਾਂਦੀ ਹੈ। ਤੁਹਾਡੇ ਕੋਲ ਜੋ ਖੁਸ਼ੀ ਦੀ ਖੁਰਾਕ ਹੈ ਉਹ ਬਿਮਾਰੀ ਨੂੰ ਭਜਾ ਦਿੰਦੀ ਹੈ, ਭੁਲਾ ਦਿੰਦੀ ਹੈ। ਮਨ ਖੁਸ਼, ਜਹਾਨ ਖੁਸ਼, ਜੀਵਨ ਖੁਸ਼। ਇਸ ਲਈ ਐਵਰ ਹੈਲਦੀ, ਵੈਲਦੀ ਵੀ ਹੋ, ਹੈਪੀ ਵੀ ਹੋ। ਜਦੋਂ ਖੁਸ਼ ਹੋ ਉਦੋਂ ਦੂਸਰਿਆਂ ਨੂੰ ਚੈਲੰਜ ਕਰ ਸਕਦੇ ਹੋ, ਨਹੀਂ ਤਾਂ ਚੈਲੰਜ ਨਹੀਂ ਕਰ ਸਕਦੇ। ਆਪਣੇ ਆਪ ਨੂੰ ਵੇਖ ਕੇ ਹੋਰਾਂ ਦੇ ਉੱਪਰ ਰਹਿਮ ਆਉਂਦਾ ਹੈ, ਕਿਉਂਕਿ ਆਪਣਾ ਹੀ ਪਰਿਵਾਰ ਹੈ ਨਾ। ਭਾਵੇਂ ਕਿਵੇਂ ਦੀਆਂ ਵੀ ਆਤਮਾਵਾਂ ਨੇ, ਪਰ ਹੈ ਤਾਂ ਇੱਕ ਹੀ ਪਰਿਵਾਰ ਦੀਆਂ। ਜਿਸ ਨੂੰ ਵੀ ਵੇਖੋਗੇ ਮਹਿਸੂਸ ਕਰਨਗੇ ਇਹ ਸਾਡਾ ਹੀ ਭਰਾ ਹੈ, ਇਹ ਸਾਡੇ ਹੀ ਪਰਿਵਾਰ ਦਾ ਹੈ। ਪਰਿਵਾਰ ਵਿੱਚ ਕੋਈ ਨਜ਼ਦੀਕ ਦਾ ਹੁੰਦਾ ਹੈ, ਕੋਈ ਦੂਰ ਦੇ, ਪਰ ਕਹਾਂਗੇ ਤਾਂ ਪਰਿਵਾਰ ਦੇ ਨਾ। ਜਿਵੇਂ ਬਾਪ ਰਹਿਮਦਿਲ, ਬਾਪ ਕੋਲੇ ਮੰਗਦੇ ਨੇ ਕਿਰਪਾ ਕਰੋ, ਰਹਿਮ ਕਰੋ। ਤੁਸੀਂ ਵੀ ਕਿਰਪਾ ਕਰੋਗੇ, ਰਹਿਮ ਕਰੋਗੇ ਨਾ, ਕਿਉਂਕਿ ਬਾਪ ਸਮਾਨ ਨਿਮਿਤ ਬਣੇ ਹੋਏ ਹੋ। ਬ੍ਰਾਹਮਣ ਆਤਮਾਵਾਂ ਨੂੰ ਕਦੇ ਵੀ ਕਿਸੇ ਆਤਮਾ ਦੇ ਪ੍ਰਤੀ ਘਿਰਨਾ ਨਹੀਂ ਆ ਸਕਦੀ। ਰਹਿਮ ਆਏਗਾ, ਘਿਰਨਾ ਨਹੀਂ ਆ ਸਕਦੀ, ਕਿਉਂਕਿ ਜਾਣਦੇ ਨੇ ਭਾਵੇਂ ਕੰਸ ਹੋਣ
ਭਾਵੇਂ ਜਰਾਸੰਧੀ ਹੋਣ, ਭਾਵੇਂ ਰਾਵਣ ਹੋਣ, ਕੋਈ ਵੀ ਹੋਵੇ, ਫਿਰ ਵੀ ਰਹਿਮਦਿਲ ਬਾਪ ਦੇ ਬੱਚੇ ਘ੍ਰਿਣਾ ਨਹੀਂ ਕਰਨਗੇ। परिवर्तन की भावना रखणगे, कल्याण की भावना रखणगे। फिर भी अपना परिवार है, परवश है। परवश के उपर कदे घृणा नहीं आती। सारे माया के वश ने। परवश के उपर दया आती है, रहम आंदा है। जिथे घृणा नहीं आएगी उत्थे क्रोध भी नहीं आएगा। जदों घृणा आती है उदों जोश आंदा है, क्रोध आंदा है। जिथे रहम हुंदा है उत्थे शांति का दान देंगे। दाता दे बच्चे होना तो शांति दोगे ना। अच्छा, वरदान है ज्ञान खजाने द्वारा मुक्ति, जीवन मुक्ति का अनुभव करने वाले सर्व बंधन मुक्त भव। ज्ञान खजाने द्वारा मुक्ति, जीवन मुक्ति का अनुभव करने वाले सर्व बंधन मुक्त भव। जदों रत्ना का खजाना सब तो श्रेष्ठ खजाना है, इस खजाने द्वारा इस समय मुक्ति, जीवन मुक्ति नूं अनुभूति कर सकते हो। ज्ञानी तो आत्मा हो जो दुख ते अशांति दे सारे कारण समाप्त कर अनेकानेक बंधन दिया रस्सियां नूं कुट के, अनेकानेक बंधन दिया रस्सियां नूं कट के मुक्ति, जीवन मुक्ति का अनुभव करन। अनेक व्यर्थ संकल्पां तो, विकल्पां तो, विकर्मां तो सदा मुक्त रहना, यही मुक्त ते जीवन मुक्त अवस्था है। स्लोगन है विश्व परिवर्तक ओ ने जो अपनी शक्तिशाली वृत्तियां नाल वायुमंडल नूं परिवर्तन कर देन। विश्व परिवर्तक ओ ने जो अपनी शक्तिशाली वृत्तियां नाल वायुमंडल नूं भी परिवर्तन कर देन। अच्छा, ओम शांति।